ਇਹਨਾਂ ਦੇ ਨਾਂ ਤੇ ਬਹਿਰੰਗ ਸਾਧਨ ਵਾਲਿਆਂ ਨੇ ਦੋ ਬੰਸਾਂ ਚਲਾਈਆਂ। ਕਈ ਸੂਰਜ ਨੂੰ ਮੰਨਦੇ ਸੀ ਪ੍ਰਕਾਸ਼, ਉਹ ਵੀ ਪ੍ਰਕਾਸ਼ ਨੂੰ ਹੀ ਮੰਨਦੇ ਸੀ। ਕਈ ਚੰਦਰਮਾ ਨੂੰ ਮੰਨਦੇ ਸੀ, ਇਸ ਦੇ ਪ੍ਰਕਾਸ਼ ਨੂੰ ਮੰਨਦੇ ਸੀ। ਉਹਨਾਂ ਨੇ ਆਪਣੀਆਂ ਆਪਣੀਆਂ ਅੰਸ਼ਾਂ ਵੰਸ਼ਾਂ ਨੂੰ ਸੂਰਜ ਵੰਸ਼ੀ ਔਰ ਚੰਦਰ ਵੰਸ਼ੀ ਦੇ ਨਾਲ ਪ੍ਰਗਟ ਕਰਤਾ, ਕਿਉਂਕਿ ਆਪਣੀਆਂ ਕੁਲਾਂ ਜਾਤੀਆਂ ਨੂੰ ਉੱਤਮਤਾ ਦੇਤੀ। ਇੱਕ ਨਾਨਕ ਜੀ ਹੀ ਹੈ ਜਿਹਨੇ ਸਰੀਰ ਦੇ ਹੁੰਦਿਆਂ ਆਪਣੀ ਉੱਤਮਤਾ ਨੂੰ ਨਸ਼ਟ ਕੀਤਾ, ਆਪਣੀ ਕਨਿਸ਼ਟਤਾ ਦੇ ਨਾਲ ਰਲ ਕੇ ਛੋਟੇ ਪੁੰਨ ਨੂੰ ਸਵੀਕਾਰ ਕੀਤਾ। ਤਾਂ ਨਹੀਂ, ਅੱਜ ਦਾ ਮਨੁੱਖ ਹੈ ਜਿਹੜਾ ਨਾਨਕ ਜੀ ਦੇ ਪੂਰਨਤਾ ਤੇ ਕਹਿੰਦੇ ਤਾਂ ਹੈ, ਪਰ ਵਿਚਾਰ ਕਰਕੇ ਵੇਖੋ, ਕੋਈ ਚੇਅਰਮੈਨ ਨੂੰ ਭਾਲਦਾ ਉਹਦੇ ਨਾਲ ਮਿੱਤਰਤਾ, ਕੋਈ MC ਨਾਲ ਮਿੱਤਰਤਾ, ਕੋਈ ਮੰਤਰੀ ਨਾਲ ਮਿੱਤਰਤਾ, ਕੋਈ ਨੇਤਾ ਜੀ ਨਾਲ ਮਿੱਤਰਤਾ। ਇਹ ਮਿੱਤਰਤਾ ਵੱਡਿਆਂ ਦੀ ਚਾਹੁੰਦੇ ਹੈ, ਔਰ ਜਿਹੜੇ ਸਾਰਿਆਂ ਨੇ ਤਰਕਾਰੇ ਹੋਏ ਹੈ ਉਹਨਾਂ ਨੂੰ ਤਾਂ ਨਾਨਕ ਜੀ ਹੀ ਚਾਹੁੰਦਾ ਸੀ। ਔਰ ਨਾਨਕ ਦੀ ਮਹਿਮਾ ਇਸ ਕਰਕੇ ਹੈ। ਉੱਠੋ, ਆਪਣੇ ਵਿਚਾਰ ਨੂੰ ਬਦਲੋ, ਬਦਲ ਕੇ ਇਹ ਵਿਚਾਰੋ ਕਿ ਨਾਨਕ ਜੀ ਦੇ ਗਿਆਨ ਨੂੰ ਪ੍ਰਾਪਤ ਕਰੋ। ਔਰ ਨਾਨਕ ਜੀ ਦੀਆਂ ਗੱਲਾਂ ਕਰਨ ਨਾਲ ਸਾਨੂੰ ਵੀ ਕੁਛ ਨਹੀਂ ਹੋਣਾ। ਨਾਨਕ ਜੀ ਦੇ ਜੀਵਨ ਦੇ ਅਨੁਸਾਰ ਬਹਿਰੰਗ ਜੀਵਨ ਤੁਹਾਡੇ ਆਪਦੇ ਵੱਸ ਹੈ। ਅੰਤਰੰਗ ਜੀਵਨ ਹੈ ਜਿਹੜਾ, ਉਹ ਤੁਹਾਨੂੰ ਸਤ ਸੰਗਤ ਦੁਆਰਾ ਪਤਾ ਲੱਗੇਗਾ। ਬਹਿਰੰਗ ਜੀਵਨ ਹੈ। ਔਰ ਕਈ ਲੋਕ ਇਸ ਪੁਰਬ ਤੇ ਕਈ ਅੱਛੇ ਕਰਤੱਵ ਕਰ ਰਹੇ ਦੇਸ਼ 'ਚ। ਕਈ ਲੋਕ ਦਾਨ ਕਰ ਰਹੇ ਹੈ, ਕਈ ਲੋਕ ਸੇਵਾ ਕਰ ਰਹੇ ਹੈ। ਪਰ ਇੱਕ ਗੱਲ ਇਹ ਵੀ ਮੈਨੂੰ ਯਾਦ ਆ ਗਈ, ਤੁਹਾਨੂੰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਦਾਨ 'ਚ ਤੇ ਸੇਵਾ 'ਚ ਕੀ ਫਰਕ ਹੈ। ਅਸੀਂ ਲੋਕ ਵਿਹਾਰ 'ਚ ਕਿਰਿਆ ਤਾਂ ਕਰ ਲੈਂਦੇ, ਚੰਗੀ ਕਰਦੇ ਆ, ਪਰ ਚੰਗੀ ਕਿਰਿਆ ਬਾਰੇ ਵਿਚਾਰ ਸ਼ੁੰਨ ਹਾਂ। ਦਾਨ ਕਰਨ ਵਾਲੇ ਨੂੰ ਨਾਨਕ ਜੀ ਨੇ ਕਿਹਾ ਅਖੇ ਦਾਨੰ ਪਰਾ ਪੂਰਬੇਣ ਭੁਜੰਤੇ ਮਹੀਪਤੇ ਵਿਪਰੀਤ ਬੁੱਧਿੰ ਮਿਰਤ ਲੋਕੰ ਨਾਨਕ ਚਿਰੰ ਕਾਲ ਦੁਖ ਭੋਗਤੇ। ਨਾਨਕ ਜੀ ਨੇ ਕਿਹਾ ਹੈ ਤਾਂ ਬਹੁਤ ਵਧੀਆ ਜਿਹੜੇ ਦਿਆਲੂ ਲੋਕ ਦਾਨ ਕਰ ਰਹੇ ਆ, ਪਰ ਉਹ ਕਹਿੰਦੇ ਆ ਤੁਸੀਂ ਵੀ ਪਿਛਲੇ ਦਾਨ ਦੇ ਪ੍ਰਭਾਵ ਸੇ ਤੁਹਾਡੇ ਕੋਲੇ ਸਮੱਗਰੀ ਹੈ। ਅਗਰ ਇਸ ਸਮੱਗਰੀ ਦੀ ਵਰਤੋਂ ਉੱਤਮ ਪਾਸੇ ਨਾ ਕਰੋਗੇ ਤਾਂ ਵਿਪਰੀਤ ਬੁੱਧੀ ਵਿਪਰੀਤ ਹੋ ਜਾਏਗੀ। ਇਸੇ ਮਿਰਤ ਲੋਕ ਦੇ ਵਿੱਚ ਚਿਰਾਂ ਕਾਲਾਂ ਤਾਈਂ ਦੁੱਖ ਭੋਗੋਗੇ। ਉਹ ਦਾਨੀ ਪੁਰਸ਼ ਵੀ ਅੱਛੇ ਹੈ ਜਿਹੜੇ ਤੇ ਚਿਰਾਂ ਕਾਲ ਦੇ ਦੁੱਖ ਤੋਂ ਬਚ ਰਹੇ ਆ। ਪਰ ਅੱਗੇ ਰਹਿ ਗਿਆ ਵੀ ਜਿਹੜੀ ਸੇਵਾ ਹੈ, ਨਾਨਕ ਜੀ ਨੇ ਕਿਹਾ ਕਿ ਸੇਵਾ ਕਰੀਏ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ। ਜਿਹੜੇ ਦੂਜੇ ਦਾਨ ਸੇਵਾ ਹੈ ਇਹ ਲੇਖਾ ਬਣਾਉਂਦੀ ਹੈ। ਲੇਖਾ ਕਿਵੇਂ ਬਣਾਉਂਦੀ ਹੈ? ਇਹ ਇਸ ਲਈ ਬਣਾਉਂਦੀ ਹੈ ਕਿ ਦਾਨ ਕਰਨ ਵਾਲੇ ਦੇ ਹਿਰਦੇ ਦੇ ਵਿੱਚ ਅਹੰ ਬੁੱਧੀ ਪੈਦਾ ਹੁੰਦੀ ਹੈ।
ਅਹੰ ਬੁੱਧੀ ਵੀ ਮੈਂ ਕਰਦਾ। ਇੱਕ ਵਾਰੀ ਸੰਤ ਕਰਤਾਰ ਸਿੰਘ ਭਿੰਡਰਾਂਵਾਲਾ ਕਥਾ ਕਰ ਰਿਹਾ ਸੀ। ਉਹ ਇਹ ਸੁਣਾ ਰਿਹਾ ਸੀ ਕਿ ਦਾਨੀ ਪੁਰਸ਼ ਹੈ ਜਿਹੜੇ 100 ਬੰਦੇ ਨੂੰ ਰੋਟੀ ਖਵਾ ਕੇ ਤੇ 500 ਪੱਤਲਾਂ ਖਿਲਾਰ ਦਿੰਦੇ ਆ। ਇਹ ਹੈ ਕਿ ਅਭਿਮਾਨ ਬੁੱਧੀ। ਤਾਂ ਦਾਨ ਤਾਂ ਕਰੋ। ਐਵੇਂ ਨਹੀਂ ਰਾਜੇ ਮਹਾਰਾਜੇ ਜਿਹੜੇ ਪ੍ਰਤਿਸ਼ਠਾਵਾਨ ਲੋਕ ਸੀਗੇ ਸੰਤਾਂ ਨੂੰ ਲਿਆ ਕੇ ਦਾ ਆਪਣਾ ਜੱਗ ਕਰਾਉਂਦੇ ਸੀ। ਕਿਉਂ? ਉਹ ਕਹਿੰਦੇ ਸੀ ਪ੍ਰਭੂ ਤੁਸੀਂ ਆਪਣੇ ਹੱਥਾਂ ਨਾਲ ਕਰਾਓ, ਅਗਰ ਮੈਂ ਖੁਦ ਕਰੂੰਗਾ ਤਾਂ ਅਹੰਕਾਰ ਵੱਧ ਜਾਏਗਾ। ਇਹ ਅਹੰਕਾਰ ਹੈ ਜਿਹੜਾ ਮੇਰਾ, ਇਹਨੂੰ ਸਾਰੇ ਨੂੰ ਭਸਮੀਭੂਤ ਕਰ ਦੇਗਾ। ਨਾਨਕ ਜੀ ਨੇ ਬਾਣੀ ਦੇ ਵਿੱਚ ਕਿਹਾ ਕਿ ਅਹੰ ਬੁੱਧ ਕਰਮ ਕਮਾਵਣੇ, ਗਰੇ ਬਾਲੋ ਨੀਰ ਵਹਾਵਣੇ। ਜਿਹੜਾ ਦਾਨ ਪੁੰਨ ਅਹੰ ਬੁੱਧੀ ਕਰਕੇ ਕਰਦਾ ਹੈ, ਗੁਰੂ ਨਾਨਕ ਜੀ ਨੇ ਕਹਿਤਾ ਜਿਵੇਂ ਬਾਲੂ ਦਾ ਘਰ ਐ ਪਾਣੀ ਚ ਵਹਿ ਜਾਂਦਾ ਹੈ, ਇਹ ਤਾਂ ਸਾਰੇ ਐ ਵਹਿਣ ਵਾਲੇ ਆ। ਇਹ ਵੀ ਸੋਚ ਸਮਝ ਕੇ ਕਰਨ ਵਾਲੇ ਆ। ਅਹੰ ਬੁੱਧ ਕਰਮ ਕਮਾਵਣੇ, ਗਰੇ ਬਾਲੂ ਨੀਰ ਵਹਾਵਣੇ। ਬਾਲੂ ਦੇ ਘਰਾਂ ਨੂੰ ਵਹਿ ਜਾਣਗੇ ਤਾਂ ਫਿਰ ਕੀ ਹੈ? ਸੇਵਾ। ਇਹਦਾ ਮੈਂ ਲਕਸ਼ਣ ਤੁਹਾਨੂੰ ਖੋਲ ਕੇ ਥੋੜਾ ਜਿਹਾ ਦੱਸਣਾ ਚਾਹੁੰਦਾ। ਜਦੋਂ ਕੋਈ ਮਨੁੱਖ ਦਾਨ ਕਰਦਾ ਹੈ, ਉਹ ਜਿਸਨੂੰ ਦਾਨ ਦਿੰਦਾ ਹੈ ਉਹਦੇ ਹਿਰਦੇ 'ਚ ਕਨਿਸ਼ਟਤਾ ਬੁੱਧੀ ਜਾਗਦੀ ਹੈ ਕਿ ਵਿਚਾਰਾ ਯਾਰ ਗਰੀਬ, ਵਿਚਾਰਾ ਯਾਰ ਭੁੱਖਾ ਮਰਦਾ। ਜਦੋਂ ਇਸ ਪ੍ਰਕਾਰ ਦਾ ਉਹਨੂੰ ਤਾਂ ਅੰਨ ਮਿਲ ਜਾਂਦਾ ਹੈ, ਇਹਦੀ ਬੁੱਧੀ 'ਚ ਗਰੀਬੀ ਦਾ ਸੰਸਕਾਰ ਪੈਦਾ ਹੋ ਜਾਂਦਾ ਹੈ। ਤੇ ਜਿਹੜਾ ਸੇਵਾ ਕਰਦਾ ਉਹ ਆਪ ਤੋਂ ਉੱਤਮ ਜਾਣ ਕੇ ਕਰਦਾ ਹੈ। ਇਹ ਤਿਆਗੀ ਪੁਰਸ਼ ਹੈ, ਇਹ ਮਹਾਂਪੁਰਸ਼ ਹੈ, ਇਹ ਤਤਵ ਗਿਆਨੀ ਹੈ। ਜਦੋਂ ਇਹਨਾਂ ਦਾ ਹਿਰਦੇ 'ਚ ਚਿੰਤਨ ਕਰਕੇ ਸੇਵਾ ਕਰਦਾ ਹੈ ਤਾਂ ਇਹਦੀ ਬੁੱਧੀ ਦੇ ਵਿੱਚ ਇਹ ਉੱਤਮ ਸੰਸਕਾਰ ਪੈਦਾ ਹੁੰਦੇ ਆ। ਇਹ ਜਿਹੜੇ ਅੰਤःਕਰਨ ਦੀ ਮਲੀਨਤਾ ਨੂੰ ਨਸ਼ਟ ਕਰ ਦਿੰਦੇ ਆ। ਜਿਹੜੇ ਸੰਸਕਾਰ ਇਹਦੇ ਹਿਰਦੇ 'ਚ ਇਹ ਪੈਦਾ ਕਰਦੇ ਵੀ ਇਹ ਤਾਂ ਜੀ ਕਮਜ਼ੋਰ ਹੈ, ਇਹ ਤਾਂ ਜੀ ਗਰੀਬ ਹੈ, ਵਿਚਾਰਾ ਕਿਵੇਂ ਹੈ, ਇਹ ਤਾਂ ਠੀਕ ਹੈ, ਪਰ ਤੇਰੀ ਬੁੱਧੀ 'ਚ ਸੰਸਕਾਰ ਪੈ ਗਿਆ ਕਿ ਨਹੀਂ ਪੈ ਗਿਆ? ਇਹ ਕੱਢ ਦੇਗਾ, ਨਿਕਲੇਗਾ ਨਹੀਂ। ਮਰਨ ਪਰਚੰਤ ਵੀ ਇਹੀ ਰਹਿੰਦਾ। ਜਿਹੜੇ ਲੋਕ ਕਹਿੰਦੇ ਜੀ ਮੈਨੂੰ ਕਰਮ ਦਾ ਫਲ ਮਿਲਦਾ ਹੈ, ਇਹ ਫਲ ਕੀ ਹੈ? ਤੂੰ ਸਾਰੇ ਦੁਨੀਆ ਤੋਂ ਮੁੱਕਰ ਜਾ। ਲੋਕਾਂ ਦੇ ਉੱਤੇ ਕਈ ਮੁਕੱਦਮੇ ਚੱਲਦੇ, ਉਹ ਅਦਾਲਤ ਨੂੰ ਧੋਖਾ ਦੇ ਜਾਂਦੇ ਆ, ਪੰਚਾਇਤ ਨੂੰ ਧੋਖਾ ਦੇ ਜਾਂਦੇ ਆ, ਪਰਿਵਾਰ ਨੂੰ ਧੋਖਾ ਦੇ ਜਾਂਦੇ ਆ ਕਿ ਵੀ ਮੈਨੂੰ ਤਾਂ ਸਹੁੰ ਲੈ ਲਓ ਜਿੱਡੀ, ਮੈਨੂੰ ਤਾਂ ਪਤਾ ਹੀ ਨਹੀਂ। ਪਰ ਆਪਣੇ ਆਪ ਤੋਂ ਕਿਸੇ ਦੀ ਤਾਕਤ ਹੈ ਮੁੱਕਰ ਜਾਣ ਦੀ ਕਿ ਵੀ ਮੈਂ ਇਹ ਗੰਦਾ ਕੰਮ ਨਹੀਂ ਕੀਤਾ ਜਾਂ ਚੰਗਾ ਕੰਮ ਨਹੀਂ ਕੀਤਾ। ਸ੍ਰਿਸ਼ਟੀ ਦੇ ਸਾਰਿਆਂ ਲੋਕਾਂ ਨੂੰ ਤੁਸੀਂ ਧੋਖਾ ਦੇ ਦਿਓਗੇ, ਆਪਣੇ ਆਪ ਤੋਂ ਨਹੀਂ ਮੁੱਕਰ ਪਾਓਗੇ। ਇਹ ਕਰਮ ਫਲ ਦੇਣ ਵਾਲੇ ਅਭਿਮਾਨ ਹੈ ਜਿਹੜਾ, ਅਭਿਮਾਨ ਤਾਂ ਭਸਮੀਭੂਤ ਕਰ ਦਿੰਦਾ ਤੁਹਾਡੇ ਕਰਤੱਵ ਨੂੰ। ਇਸ ਵਾਸਤੇ ਇਹਨਾਂ ਦਾ ਵੀ ਖਿਆਲ ਰੱਖਣਾ ਪੈਂਦਾ। ਤੇ ਨਾਨਕ ਜੀ ਮਹਾਰਾਜ ਦਾ ਜਿਹੜਾ ਇਹ ਪੁਰਬ ਦਿਨ ਹੈ, ਇਹਦੇ ਨਾਲ ਕਿ ਇੱਕ ਦਿਨ ਦੇ ਵਿੱਚ ਅੱਜ ਸਾਰਿਆਂ ਦੇ ਬਿਰਤੀ ਹੈ ਜਿਹੜੀ ਇਹ ਪਰਮਾਰਥ ਵੱਲ ਨੂੰ ਝੁਕਦੀ ਹੈ, ਦੈਵੀ ਗੁਣ ਪ੍ਰਾਪਤ ਕਰਦੀ ਹੈ। ਦੈਵੀ ਗੁਣ ਐਸੇ ਹੈ ਕਿ ਜਿੱਥੇ ਦੈਵੀ ਗੁਣਾਂ ਦਾ ਪ੍ਰਵੇਸ਼ ਹੋ ਜਾਂਦਾ ਹੈ, ਉਹ ਮਲੀਨ ਗੁਣਾਂ ਨੂੰ ਨਸ਼ਟ ਕਰ ਦਿੰਦੇ।
ਤਾਂ ਇਹਨਾਂ ਕਰਤੱਵਾਂ ਦੇ ਨਾਲ ਕਈ ਲੋਕ ਗੁਰਦੁਆਰੇ ਭਰੇ ਆ, ਕਈ ਮੰਦਰ ਭਰੇ ਆ, ਕਈ ਹੋਰ ਸਥਾਨਾਂ ਦੇ ਵਿੱਚ ਬੈਠੇ ਆ। ਉਹਨਾਂ ਨੂੰ ਲਾਭ ਤੋਂ ਖਾਲੀ ਤਾਂ ਕੋਈ ਵੀ ਨਹੀਂ ਰਹੇਗਾ, ਕਿਉਂਕਿ ਅੰਤःਕਰਨ ਦੀ ਸ਼ੁੱਧੀ ਹੋਏਗੀ। ਪਰ ਅੰਤःਕਰਨ ਸ਼ੁੱਧ ਇਉਂ ਹੈ ਕਿ ਜਿਵੇਂ ਤਿਆਰੀ ਕੀਤੀ ਹੋਈ ਆ ਮਨੁੱਖ ਨੇ, ਆਪਣਾ ਭਾਂਡਾ ਡੋਲੂ ਮਾਂਜ ਕੇ ਤਾਂ ਰੱਖ ਲਿਆ, ਸਵਾਰਿਆ ਹੈ, ਪਰ ਝਾਕ 'ਚ ਬੈਠਾ ਵੀ ਕੋਈ ਇਹਦੇ 'ਚ ਕੁਛ ਪਾਵੇ। ਜਿੰਨਾ ਚਿਰ ਡੋਲੂ ਮਾਂਜਿਆ ਕੀ ਕਰੂਗਾ, ਜਿੰਨਾ ਚਿਰ ਇਹਦੇ ਉੱਤੇ ਕੋਈ ਚੀਜ਼ ਨਹੀਂ ਪੈਂਦੀ। ਇਹ ਤਾਂ ਇਹਨੇ ਚੰਗਾ ਕਰ ਲਿਆ ਕਿ ਅੰਤःਕਰਨ ਜਿਹੜਾ ਡੋਲੂ ਵਾਂਗੂ ਆਪਣੇ ਵਾਂਗੂ ਕਮੰਡਲ ਵਾਂਗੂ ਮਾਂਜ ਤਾਂ ਲਿਆ, ਕਿਉਂਕਿ ਸ਼ੁੱਧ ਕਰ ਲਿਆ ਦੈਵੀ ਗੁਣਾ ਨਾ। ਤਾਂ ਹੁਣ ਇਹਦੇ ਚ ਇਹ ਵਿਚਾਰ ਇਸਨੇ ਕਰਨੇ ਕਿ ਇਹਦੇ ਚ ਵਸਤੂ ਕੀ ਪੈ ਰਹੀ ਹੈ। ਤਾਂ ਵਸਤੂ ਨਾਨਕ ਜੀ ਮਹਾਰਾਜ ਨੇ ਕਿਹਾ ਕਿ ਵਸਤੂ ਨਾਮ ਕਿਸ ਦਾ ਭਲਾ। ਸਾਡੇ ਸੰਤ ਲੋਕ ਇਸ ਬਾਤ ਨੂੰ ਜਾਣਦੇ ਆ, ਨਾ ਤਾਂ ਸੰਸਾਰੀ ਜਾਣਦਾ, ਨਾ ਸਾਰੇ ਸਾਧਕ ਜਾਣਦੇ ਆ। ਤਾਂ ਵਸਤੂ ਕੀ ਹੈ? ਵਸਤੂ ਨਾਮ ਆਤਮਾ ਦਾ ਤੇ ਵਿਸ਼ਾ ਨਾਮ ਇਹਨਾਂ ਭੌਤਿਕ ਚੀਜ਼ਾਂ ਦਾ। ਇਹ ਭੌਤਿਕ ਚੀਜ਼ਾਂ ਨੂੰ ਵਿਸ਼ੇ ਕਿਹਾ ਹੈ। ਤਾਂ ਇਹਨਾਂ ਭੌਤਿਕ ਚੀਜ਼ਾਂ ਦਾ ਭਾਸ਼ਾ ਦੇ ਵਿੱਚ ਨਾਮ ਹੈਗਾ ਭੋਗ। ਜਨਤਾ ਦੇ ਲੋਕਾਂ ਨੇ ਇਹ ਅੱਗੇ ਪ੍ਰਚਲਿਤ ਗੱਲ ਨਹੀਂ ਖੋਲੀ, ਤਾਂ ਮੇਰੇ ਸੰਤ ਗੁਰੂ ਜੀ ਆਖਦੇ ਸੀ ਥੋੜੀ ਜਿਹੀ ਬਿਸਮਿਲ੍ਲਾ ਲੈ ਕੇ ਹੀ ਭੱਜ ਤੁਰਦਾ ਮਨੁੱਖ, ਆਪਣੇ ਚ ਬਲ ਨਹੀਂ ਬਣਾਉਂਦਾ। ਵੀ ਭੋਗ ਕਿਸ ਚੀਜ਼ ਦਾ ਨਾਂ, ਜਿਹੜੀ ਚੀਜ਼ ਗ੍ਰਹਿਣ ਕੀਤੀ ਜਾਵੇ ਤੇ ਤਿਆਗ ਕੀਤੀ ਜਾਵੇ, ਉਹ ਵਸਤੂ ਦਾ ਨਾਮ ਭੋਗ ਹੈ। ਇਹ ਜਿਤਨੇ ਵੀ ਅੱਖਾਂ ਦੁਆਰਾ ਵੇਖਦੇ, ਜੇਬਾਂ ਨਾਲ ਖਾਣੇ, ਨਿਗਾਹ ਨਾਲ ਵੇਖਦੇ, ਕੰਨਾਂ ਨਾਲ ਸੁਣਦੇ, ਨਾਸਕਾਂ ਨਾਲ ਸੁੰਘਦੇ, ਮੂਤਰ ਦੁਆਰਾ ਤਿਆਗ ਕਰਦੇ, ਮੂਲ ਦੁਆਰਾ ਤਿਆਗ ਕਰਦੇ, ਇਹ ਗ੍ਰਹਿਣ ਤਿਆਗ ਹੈ ਜਿਹੜੇ, ਇਹਨਾਂ ਸਾਰਿਆਂ ਦਾ ਨਾਮ ਭੋਗ ਹੈ। ਜਨਤਾ ਨੇ ਭੋਗ ਦੀ ਪਰਿਭਾਸ਼ਾ ਨੂੰ ਅੱਗੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਦੱਸਣ ਵਾਲਿਆਂ ਨੇ ਭੋਗ ਦੇ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ। ਤੇ ਇੱਕ ਕਰੋਸ਼ ਮਾਂ ਬਾਪ ਅਥਵਾ ਔਰਤ ਮਰਦ ਦੇ ਸੰਬੰਧ ਨੂੰ ਭੋਗ ਦੀ ਸੰਗਿਆ ਦੇਤੀ, ਇਹਨਾਂ ਪਦਾਰਥਾਂ ਨੂੰ ਭੋਗ ਨਹੀਂ ਕਿਹਾ। ਇਹ ਜਿੰਨੇ ਪਦਾਰਥ ਦ੍ਰਿਸ਼ਮਾਨ, ਇਹਨਾਂ ਦਾ ਨਾਮ ਭੋਗ ਹੈ। ਕਿ ਜਿਹੜਾ ਇਹ ਕਰਤੱਵ ਕਰਮ ਧਰਮ ਕਰਦਾ ਹੈ, ਇਹਦਾ ਨਾਮ ਭੋਗਤਾ ਹੈ। ਤੇ ਜਿਹੜੀ ਚੇਤਨ ਸਤਾ ਹੈ, ਇਹ ਭੋਗਤਾ ਤੇ ਭੋਗਾਂ ਦਾ ਦੋਵਾਂ ਦਾ ਆਦਿਸ਼ਟਾਨ ਹੈ। ਭੋਗਤਾ ਵੀ ਇਸ ਦੇ ਆਸਰੇ ਹੈ ਤੇ ਭੋਗ ਵੀ ਇਸ ਦੇ ਆਸਰੇ ਹੈ। ਇਸ ਜਿਹੜਾ ਚੇਤਨ ਹੈ, ਇਸ ਨੂੰ ਵਸਤੂ ਕਹਿ ਕੇ ਬੋਲਿਆ ਗਿਆ। ਜਿਹੜੇ ਪੰਜ ਭੂਤਾਂ ਚੋਂ ਬਣਦੇ ਆ, ਸਮੇਤ ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਦਾ ਨਾਮ ਭੋਗ ਹੈ। ਅਸੀਂ ਇਸ ਚੀਜ਼ ਨੂੰ ਵੇਖਣਾ। ਨਾਨਕ ਜੀ ਮਹਾਰਾਜ ਨੇ ਕਿਹਾ ਕਿ ਦੋ ਮਿਲ ਕਾਜ ਸਵਾਰੀ ਹੈ, ਕਿ ਇਹ ਜੋਗ ਕੇ ਭੋਗ ਕੀ ਹੈ। ਇਹ ਤਾਂ ਇੱਥੋਂ ਆਏਗਾ। ਇਹਦੀ ਖੋਜ ਤਾਂ ਮੈਂ ਇੱਥੇ ਰੋਕਦਾ, ਕਿਉਂਕਿ ਆਪਣਾ ਟਾਈਮ ਥੋੜਾ ਬਾਕੀ ਰਹਿ ਗਿਆ। ਤਾਂ ਇਹ ਵਿਚਾਰ ਮੈਂ ਥੋੜੀ ਜਿਹੀ ਦੱਸਣਾ ਚਾਹੁੰਦਾ ਕਿ ਨਾਨਕ ਜੀ ਨੇ ਵੇਖੋ ਇੱਕ ਫਲਸਫਾ ਮੂਹਰੇ ਰੱਖਿਆ ਪੰਚਾਂ ਦਾ। ਕੀ ਨਾਨਕ ਜੀ ਨੇ ਕਿਹਾ,
एक खंड बना के दस्या कि धर्म खंड, कर्म खंड, शर्म खंड, ज्ञान खंड ते सच खंड। ਇਹ ਸਿੱਖ ਪੰਥ ਦੇ ਵਿੱਚ ਇਹਨੂੰ ਮੰਨਿਆ ਵੀ ਹੈ। ਔਰ ਕਈਆਂ ਨਾਲ ਬਾਤ ਹੋਈ ਹੈ ਵੀ ਨਾਨਕ ਜੀ ਨੇ ਧਰਮ ਖੰਡ ਕਿਸ ਨੂੰ ਕਿਹਾ, ਤਾਂ ਇੱਥੋਂ ਇਹ ਹੋ ਜਾਂਦਾ ਹੈ ਵੀ ਬਹੁਤਿਆਂ ਨੂੰ ਪਤਾ ਨਹੀਂ ਤੇ ਥੋੜੇ ਹੈ ਜਿਨ੍ਹਾਂ ਨੂੰ ਪਤਾ ਵੀ ਹੈ। ਤਾਂ ਮੈਂ ਇਹ ਵਿਚਾਰ ਰੱਖਦਾ, ਜਿਹੜੇ ਭਾਈ ਭੈਣ ਭਰਾ ਸੰਸਾਰੀ ਅਥਵਾ ਸਾਧਕ ਅਥਵਾ ਜਿਹੜੇ ਕੋਈ ਹੋਰ ਕਥਾ ਵਾਰਤਾ ਕਰਕੇ ਲੋਕਾਂ ਨੂੰ ਸੁਣਾਉਂਦੇ, ਉਹ ਸੁਣੇ ਜਾਣਦੇ ਤਾਂ ਉਹਨਾਂ ਦੀ ਪੁੱਗਤਾ ਹੋ ਜੂਗੀ। ਅਗਰ ਨਹੀਂ ਜਾਣਦੇ ਤਾਂ ਇਸ ਚੀਜ਼ ਨੂੰ ਸਮਝ ਲੈਣ। ਧਰਮ ਖੰਡ ਨਾਮ ਐਸਾ ਸਥੂਲ ਸਰੀਰ ਦਾ ਹੈ। ਨਾਨਕ ਜੀ ਨੇ ਕਿਹਾ ਹੈ ਕਿ ਧਰਮ ਖੰਡ, ਕਰਮ ਖੰਡ, ਸ਼ਰਮ ਖੰਡ, ਗਿਆਨ ਖੰਡ ਤੇ ਸੱਚ ਖੰਡ। ਤਾਂ ਇਹਦੀ ਪਰਿਭਾਸ਼ਾ ਕੀ ਹੈ? ਧਰਮ ਖੰਡ ਨਾਮ ਸਥੂਲ ਸਰੀਰ ਦਾ, ਕਰਮ ਖੰਡ ਨਾਮ ਕਰਮ ਇੰਦਰੀਆਂ ਦਾ, ਸ਼ਰਮ ਖੰਡ ਨਾਮ ਗਿਆਨ ਇੰਦਰੀਆਂ ਦਾ ਤੇ ਗਿਆਨ ਖੰਡ ਨਾਮ ਪ੍ਰਗਿਆ ਦਾ ਤੇ ਸੱਚਖੰਡ ਨਾਮ ਚਿਦਾਭਾਸ ਦਾ ਤੇ ਇਸ ਤੋਂ ਉੱਤਰ ਅੰਮ੍ਰਿਤ ਹੈ। ਇਸ ਤੇ ਉੱਪਰ ਅੰਮ੍ਰਿਤ ਹੈ, ਉਹ ਅੰਮ੍ਰਿਤ ਹੈ ਜਿਹੜਾ ਉਸ ਨੂੰ ਸਾਖੀ, ਕੁਟਸਥ, ਆਤਮਾ ਔਰ ਬ੍ਰਹਮ ਕਹਿੰਦੇ ਨੇ। ਜਿਹਨੂੰ ਅੰਮ੍ਰਿਤ ਕਿਹਾ ਉਹ ਅਖੰਡ ਹੈ, ਇਹ ਪੰਜੇ ਖੰਡ ਹੈ। ਤਾਂ ਨਾਨਕ ਜੀ ਨੇ ਕਿਤੇ ਬਾਹਰ ਦੀਆਂ ਗੱਲਾਂ ਨਹੀਂ ਕੀਤੀਆਂ। ਨਾਨਕ ਜੀ ਨੇ ਸਾਧਕਾਂ ਲਈ ਇਹ ਅੰਦਰੂਨੀ ਗੱਲਾਂ ਕੀਤੀਆਂ। ਤਾਂ ਇੱਥੋਂ ਅਸੀਂ ਵੇਖਣਾ ਹੈ ਕਿ ਧਰਮ ਖੰਡ ਕਾ ਇਹੀ ਧਰਮ, ਭਲਾ ਕੀ ਇਹੀ ਧਰਮ? ਜੰਮਣਾ ਤੇ ਮਰਨਾ, ਜੰਮਣਾ ਤੇ ਮਰਨਾ। ਇਹਦਾ ਇਹ ਧਰਮ ਹੈ ਕਿ ਜੰਮ ਗਿਆ ਤੇ ਫੇਰ ਮਰ ਗਿਆ, ਫੇਰ ਪੈਦਾ ਹੋ ਗਿਆ ਔਰ ਫੇਰ ਮਰ ਗਿਆ। ਤਾਂ ਅੱਗੇ ਕਿਹਾ ਕਿ ਗਿਆਨ ਖੰਡ ਕਾ ਆਖੋ ਕ੍ਰਮ। ਜਿਹੜਾ ਗਿਆਨ ਖੰਡ ਹੈ ਇਹਦਾ ਕ੍ਰਮ ਕੀ ਹੈ? ਕਰਮ ਜੀ ਨੂੰ ਬੋਲਦੇ ਆ, ਨਾਨਕ ਜੀ ਨੇ ਕਰਮ ਕਿਹਾ ਕਿ ਇਹਦੀ ਤਰਤੀਬ ਕੀ ਹੈ? ਗਿਆਨ ਖੰਡ में ਜਾਣ ਲਈ ਕਰਮ ਖੰਡ ਤੇ ਸ਼ਰਮ ਖੰਡ ਜਿਹੜੇ ਇਹ ਦੋਨਾਂ ਖੰਡਾਂ ਤੇ ਧਰਮ ਖੰਡ ਦਾ ਭੰਗ ਕਰਨਾ ਪਏਗਾ। ਇਹਨਾਂ ਨੂੰ ਅਧਿਅਸਤ ਕਰਕੇ ਅੱਗੇ ਜਾ ਸਕਦਾ ਹੈ। ਇਹ ਵੀ ਇੱਕ ਕਾਇਦਾ ਕਾਨੂੰਨ ਹੈ। ਕਿਵੇਂ? ਜਿਵੇਂ ਲੋਕ ਭਾਸ਼ਾ ਦੇ ਵਿੱਚ ਕਾਇਦਾ ਕਾਨੂੰਨ ਹੈ ਕਿ ਕਿਸੇ ਨੇ ਨਵਾਂ ਵਿਆਹ ਕਰਾਉਣਾ ਤਾਂ ਪਹਿਲੇ ਵਿਆਹ ਦਾ ਕਾਇਦੇ ਕਾਨੂੰਨ ਅਨੁਸਾਰ ਤਲਾਕ ਲਿਆ ਜਾਂਦਾ ਹੈ। ਜੇ ਕਾਇਦੇ ਕਾਨੂੰਨ ਅਨੁਸਾਰ ਤਲਾਕ ਨਾ ਲਏ ਤੇ ਨया ਵਿਆਹ ਸ਼ਾਦੀ ਕਰਾਉਣ ਵਾਲਾ ਪਕੜਿਆ ਜਾਂਦਾ, ਫਸ ਜਾਂਦਾ। ਇਸੇ ਕਰਕੇ ਜਿਹੜੇ ਗਿਆਨ ਦੀਆਂ ਗੱਲਾਂ ਕਰਦੇ, ਇਹਦੀ ਕਰਮ ਨੂੰ ਨਹੀਂ ਜਾਣਦੇ, ਉਹ ਫਸੇ ਹੋਏ ਐ। ਫਸੇ ਕਿੱਥੇ ਐ? ਅੱਧ ਚ ਲਮਕਦੇ ਆ, ਨਾ ਜੰਮਣ ਚ ਮਰਨ ਚ, ਦੋਹਾਂ ਦੇ ਭੈ ਚ ਫਸੇ ਹੋਏ ਆ। ਕਿਉਂ? ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਾਉਣ ਪਾਣੀ ਬਸੰਤਰ, ਇਹ ਸਾਰਿਆਂ ਦਾ ਰੱਦ ਕਰਕੇ ਗਿਆਨ ਖੰਡ में अपड़ूगा। ਇਹ ਵੀ ਸੱਚੇ ਹੈ ਜੀ। ਤੇ ਮੈਂ ਗਿਆਨ ਖੰਡ में ਚੱਲਿਆ ਤਾਂ ਇਹ ਬੜਾ ਭਾਰੀ ਭੁਲੇਖਾ ਹੈ, ਭੁੱਲ ਹੈ। ਤਾਂ ਧਰਮ ਖੰਡ ਦਾ ਖੰਡਨ ਕਰੋ। ਤਾਂ ਇਹ ਇਕੱਲੇ ਧਰਮ ਖੰਡ ਦਾ ਖੰਡਨ ਕਰਦੇ ਆ ਹੁਣ।
ਕਿਉਂਕਿ ਅਗਲੇ ਕਿਤੇ ਫੇਰ ਸਹੀ ਚਲੋ ਔਰ ਕਿਉਂ ਕਿ ਇਹਦੇ ਵਿੱਚ ਚਲੋ ਇਹ ਕਿਹਾ ਗਿਆ ਹੈ ਵੀ ਧਰਮਖੰਡ ਕਿਹਦਾ ਹੈ ਕਿ ਇਹਨੂੰ ਕਹਿੰਦੇ ਕਿ ਧਰਮ ਕਲਾ ਜਿਸਮੇ ਰਹਿੰਦੀ ਹੈ। ਇਸ ਸਰੀਰ ਨੂੰ ਵੇਖ ਕੇ ਧਰਮ ਬੋਲਦੇ ਆ ਵੀ ਤਿਲਕ ਲਾਏ ਤਾਂ ਹਿੰਦੂ ਭਰਾ ਹੈ, ਮਾਲਾ ਪਾਈ ਹੈ ਤਾਂ ਕੋਈ ਸੰਨਿਆਸੀ ਹੈ, ਧੋਤੀ ਬੱਦੀ ਹੈ, ਗੇਰੂਆ ਵਸਤਰ ਤਾਂ ਸੁਆਮੀ ਜੀ ਹੈ। ਇਹਦੇ ਆਦਿਕ ਲੈ ਕੇ ਇਹ ਐਸ ਸਰੀਰ ਤੇ ਹੈ। ਇਹਦਾ ਖੰਡਨ ਕੱਲੇ ਦਾ ਕਿਵੇਂ ਕਰੋਗੇ? ਚਲੋ ਕੱਲੇ ਦਾ ਕਰ ਲੋ, ਇਹਦੇ ਨਾਲ 4 ਹੋਰ ਹੈ, ਉਹਨਾਂ ਦਾ ਖੰਡਨ ਕਰਨਾ ਆਉਂਦਾ ਹੈ। ਇਹਨੂੰ ਕਿਹਾ ਸੁਰਤੀ ਨੇ ਕਿ ਅਧਿਆਰੋਪ ਪਵਾਦਮ ਨਿਸ ਪਰਪੰਚ ਪਰਪੰਚ ਅਤੇ ਇਹ ਅਧਿਆਰੋਪ ਕੀਤਾ ਹੋਇਆ ਹੈ। ਜਗਤ ਅਧਿਆਰੋਪ ਹੈ। ਇਹ ਅਧਿਆਰੋਪ ਨੂੰ ਅਸੀਂ ਸੱਚ ਮੰਨ ਕੇ ਬਹਿ ਗਏ। ਅਧਿਆਰੋਪ ਕਿਵੇਂ? ਵੀ ਦੂਜੇ ਨੂੰ ਕਹੇ ਵੀ ਤੈਨੂੰ ਬਈ ਇਹ ਨਹੀਂ ਪਤਾ ਲੱਗਿਆ ਇਹ ਅਮੁਕ ਆਦਮੀ ਤੈਨੂੰ ਐਸੇ ਬੁਰਾ ਭਲਾ ਬੋਲ ਰਿਹਾ, ਤਾਂ ਉਹਨੇ ਚੱਕੀ ਲਾਠੀ, ਮੈਂ ਉਹਦਾ ਕੀ ਗਵਾਇਆ, ਉਹਦਾ ਸਿਰ ਪਾੜਨ ਤਾਈਂ ਚੱਲ ਗਿਆ। ਤੇ ਉਹਨੇ ਅਧਿਆਰੋਪ ਕੀਤਾ ਸੀ, ਉਹਦਾ ਠਹਿਰ ਠਹਿਰ ਇਹਦੇ ਨਾਮ ਮਾਰਿਓ ਪਤੰਦਰ, ਮੈਂ ਤਾਂ ਤੈਨੂੰ ਹਾਸੇ ਨਾ ਆਖਿਆ ਸੀ, ਤਾਂ ਉਹਦਾ ਅਪਵਾਦ ਹੋ ਗਿਆ ਜਿਹੜੀ ਬਾਤ ਬੋਲੀ ਸੀ। ਪਹਿਲਾਂ ਉਹ ਬਾਤ ਨੂੰ ਸੱਚ ਮੰਨ ਕੇ ਉਹਦਾ ਸਿਰ ਪਾੜਨ ਲਈ ਤਿਆਰ ਸੀ। ਮੁੜ ਕੇ ਉਸਨੇ ਕਹਿਣ ਵਾਲੇ ਨੇ ਕਿਹਾ, ਅਧਿਆਰੋਪ ਕੀਤੀ ਸੀ, ਉਹ ਕਹਿੰਦਾ ਮੈਂ ਤਾਂ ਤੈਨੂੰ ਹਾਸੇ ਨਾਲ ਕਿਹਾ, ਕਦੋਂ ਤੈਨੂੰ ਉਹਨੇ ਕੁਛ ਆਖਿਆ, ਤਾਂ ਉਸ ਬਾਤ ਦਾ ਅਪਵਾਦ ਹੋ ਗਿਆ ਔਰ ਸ਼ਾਂਤੀ ਹੋ ਗਈ। ਇਹ ਸਰੀਰ ਵੀ ਅਧਿਆਰੋਪ ਹੈ, ਜਗਤ ਵੀ ਅਧਿਆਰੋਪ ਹੈ, ਮਾਂ ਬਾਪ ਭੈਣ ਭਾਈ ਨਾਤੇਦਾਰੇ ਅਧਿਆਰੋਪ ਹੈ। ਇਹਦਾ ਅਪਵਾਦ ਕਰਨਾ ਆਉਂਦਾ ਹੈ ਤਾਕਤ ਕਿਸੇ ਦੀ ਵੀ ਇਹਨੂੰ ਅਪਵਾਦ ਕਰਦਿਆਂ, ਤਾਂ ਇਹ ਤਾਂ ਇਹਨੂੰ ਸ਼ਿੰਗਾਰ ਬਹਿੰਦਾ ਇਹਦੇ ਉੱਤੇ ਕਿ ਜਿਸ ਸਿਰ ਰੁਚ ਰੁਚ ਬੰਨ੍ਹਦੇ ਪਾਗ, ਤਿਸ ਸਿਰ ਚੁੰਚ ਸਵਾਰੇ ਕਾਗ। ਇਹਦੇ ਤੇ ਰੁਚੀ ਨਾਲ ਪੱਗ ਬੰਨਦਾ ਤਾਂ ਉਹਦਾ ਅਪਵਾਦ ਕਰਕੇ ਉਹਨਾਂ ਨੇ ਆਖਿਆ, ਤੇ ਨਹੀਂ ਤਾਂ ਯਾਰ ਸਿੱਖ ਦੀ ਪੱਗ ਲਵਾ ਲਈ, ਕਿਉਂਕਿ ਉਹਨਾਂ ਨੇ ਸੱਚ ਮੰਨਿਆ। ਜਿਹਨੇ ਇਹ ਕਿਹਾ ਜੇ ਸਿਰ ਰੁਚ ਰੁਚ ਬੰਨ੍ਹਦੇ ਪਾਗ, ਤਿਹ ਸੁਰ ਚੁੰਚ ਸਵਾਰੇ ਕਾਗ, ਉਹਨੇ ਪਾਗ ਦਾ ਤੇ ਸਿਰ ਦਾ ਦੋਵਾਂ ਦਾ ਅਪਵਾਦ ਕੀਤਾ। ਅਪਵਾਦ ਕਰਨ ਵਾਲਾ ਸਹੀ, ਉਹ ਸੱਚ ਮੰਨਦੇ ਉਹ ਵੀ ਸਹੀ ਹੈ। ਇੱਥੋਂ ਹੈ ਗਿਆ ਕੋਈ ਅਪਵਾਦ ਕਰਨ ਵਾਲਾ ਮਾਈ ਦਾ ਲਾਲ ਹੈ। ਕਿਵੇਂ ਕਿਵੇਂ ਜਿਵੇਂ ਘਰ ਦੇ ਵਿੱਚ ਕੁਆੜ ਕੂੜਾ ਲੋਕਾਂ ਦੇ ਜਮਾ ਹੋਇਆ ਪਿਆ, ਉਹ ਕੁਆੜ ਕੂੜੇ ਨੂੰ ਸਾਂਭਣ ਦੀ ਤੇ ਲਿਆਉਣ ਦੀ ਤਾਕਤ ਸੀ, ਇਕੱਠਾ ਕਰ ਲਿਆ, ਉਹ ਸਾਂਭਣ ਦੀ ਤਾਕਤ ਹੈ ਤੇ ਸਿੱਟਣ ਦੀ ਤਾਕਤ ਹੈ ਨਹੀਂ। ਯਾਰ ਕੁਆੜ ਕੂੜਾ ਕਿਉਂ ਸਾਂਭੀ ਬੈਠਾ? ਯਾਰ ਪੁਰਾਣਾ ਸਾਈਕਲ ਕੀ ਕਰਨਾ? ਯਾਰ ਮੇਰਾ 4-5 ਰੁਪਈਆ ਲੱਗਿਆ ਸੀ, ਮਤਲਬ ਕਿ ਚੜਦਾ ਵੀ ਨਹੀਂ, ਕੰਮ ਵੀ ਨਹੀਂ ਦਿੰਦਾ, ਤੇ ਅਪਵਾਦ ਨੇ ਸਿੱਟਿਆ ਨਹੀਂ ਜਾਂਦਾ। ਇਸੇ ਪ੍ਰਕਾਰ ਇਹ ਸਰੀਰ ਹੈ ਜਿਹੜਾ ਇਹ ਤੇਰਾ, ਪਹਿਲਾ ਵਿਚਾਰ ਕਿਹਦਾ ਕਿੱਥੋਂ ਬਣਿਆ, ਤਾਂ ਇਹੀ ਲਏਗਾ ਜੋ ਨਾਨਕ ਜੀ ਮਹਾਰਾਜ ਨੇ ਦੱਸਿਆ ਸਾਨੂੰ ਵੀ ਇਹ ਨਹੀਂ ਗਾ ਨਾਨਕ ਜੀ ਦੇ ਗੋਣੀ ਗਏ, ਜੋ ਨਾਨਕ ਜੀ ਐਂ ਕਰਦੇ ਸੀ ਐਂ ਕਰਦੇ ਸੀ। ਯਾਰ ਸਰਬੱਗ ਪੁਰਸ਼ ਸੀ, ਮੁਕਤ ਪੁਰਸ਼ ਸੀ,
ਕੁਛ ਕਰ ਗਏ। ਉਹਨਾਂ ਦਾ ਬੁਰਾ ਵੀ ਭਲਾ ਸੀ ਤੇ ਭਲਾ ਤਾਂ ਭਲਾ ਸੀ, ਤੁਹਾਡਾ ਬੁਰਾ ਭਲਾ ਨਹੀਂਗਾ। ਤੁਹਾਨੂੰ ਲੱਗਦਾ ਵੀ ਭਲਾ ਵੀ ਬੁਰਾ ਤੇ ਬੁਰਾ ਵੀ ਭਲਾ, ਜਦੋਂ ਦੋਨੇ ਅਧਿਅਸਤ ਹੈ ਇਹ ਲੱਗਦਾ ਤਾਂ ਇਹ ਹੋ ਜਾਏਗਾ। ਕਈ ਸਾਡੇ ਵਰਗੇ ਸਰੀਰ ਨੂੰ ਲੈ ਕੇ ਆ ਲਾਊਡ ਸਪੀਕਰ, ਕਈ ਭਾਈ ਜੀ ਵੇਖੇ ਆ ਕਥਾ ਕਰਦੇ ਤੇ ਆ ਲਾਊਡ ਸਪੀਕਰ ਨੂੰ ਹੱਥ ਨਹੀਂ ਲਾਉਂਦੇ ਵੀ ਕਿਉਂਕਿ ਕਿਤੇ ਮੇਰਾ ਹੱਥ ਭ੍ਰਸ਼ਟ ਨਾ ਹੋ ਜੇ, ਇਹਨੂੰ ਲੱਗ ਗਿਆ ਤਾਂ ਤੁਸੀਂ ਇਹਦਾ ਅਪਵਾਦ ਕਰੋਗੇ ਕਿਵੇਂ ਕਿ ਜਿਹੜਾ ਕਹਿੰਦੇ ਪੰਜ ਕੋਸ਼ ਤੇ ਆਤਮ ਨਿਆਰੋ, ਇਹ ਗੁਰੂਆਂ ਨੇ ਤਾਂ ਅਪਵਾਦ ਕਰਕੇ ਚਲਾ ਕੇ ਮਾਰਾ। ਗੁਰੂਆਂ ਨੇ ਇਹਦਾ ਅਪਵਾਦ ਕੀਤਾ। ਸਾਧੋ ਇਹ ਧਨ ਮਿਥਿਆ ਜਾਣੋ, ਚੇਲਿਆਂ ਨੇ ਮਿਥਿਆ ਜਾਣਿਆ ਕਿ ਨਹੀਂ। ਅਸੀਂ ਤਾਂ ਇਸ ਗੱਲ ਤੇ ਆਓ, ਜਿਹੜੇ ਮਖੜੀ ਮੁਖੀ ਚੇਲੇ ਪ੍ਰਚਾਰ ਕਰਦੇ ਆ ਉਹ ਤਾਂ ਇਹਨੂੰ ਐ ਸਵਾਰ ਰੱਖਦੇ ਸਰੀਰ ਨੂੰ ਜਿਵੇਂ ਸਰੀਰ ਹੀ ਸਭ ਕੁਛ ਹੈ। ਤੋ ਨਾਨਕ ਜੀ ਨੇ ਸਰੀਰ ਦਾ ਕੀ ਕੀਤਾ ਸੀ? ਨਾਨਕ ਜੀ ਨੇ ਫਕੀਰ ਕਿਉਂ ਸੀ? ਇਹ ਸਰੀਰ ਨੂੰ ਕੁਛ ਵੀ ਨਹੀਂ ਸੀ ਸਮਝਦੇ, ਮਨ ਬੁੱਧੀ ਨੂੰ ਕੁਛ ਨਹੀਂ ਸੀ ਸਮਝਦੇ, ਇੰਦਰੀਆਂ ਨੂੰ ਕੁਛ ਨਹੀਂ ਸੀ ਸਮਝਦੇ। ਕਿਉਂ ਕਿ ਉਹਨਾਂ ਨੇ ਆਤਮਾ ਨੂੰ ਸਮਝਦੇ ਸੀ। ਜੋ ਆਤਮ ਸਰੂਪ ਹੈ ਉਹ ਸਭ ਦਾ ਇੱਕ ਹੈ। ਜਿਹੜਾ ਨਾਨਕ ਜੀ ਦਾ ਆਤਮਾ ਸਰੂਪ ਹੈ ਉਹ ਹੀ ਹਾਥੀ ਦਾ ਆਤਮਾ ਹੈ, ਉਹ ਹੀ ਮੱਖੀ ਦਾ ਆਤਮਾ ਹੈ, ਉਹ ਹੀ ਰਾਮ ਕ੍ਰਿਸ਼ਨ ਦਾ ਆਤਮਾ ਹੈ, ਉਹ ਹੀ ਮਾਈ ਭਾਈ ਦਾ ਆਤਮਾ ਹੈ। ਅਗਰ ਵੱਖਰਾ ਹੈ ਤਾਂ ਮਿੱਟੀ ਤੋਂ ਵੱਖਰੀ ਨਹੀਂ ਹੁੰਦੀ। ਮਿੱਟੀ ਨੂੰ ਮਿੱਟੀ ਤੋਂ ਦੂਰ ਕਰਦੇ ਆ ਵੀ ਜੇ ਚੱਪਣ ਕਹੇ, ਘੜਾ ਕਹੇ ਤੂੰ ਮੇਰੇ ਉੱਤੇ ਕਿਉਂ, ਤੂੰ ਦੂਜਾ ਹੈ, ਤਾਂ ਇਹ ਨਹੀਂ ਪਤਾ ਲੱਗਦਾ ਕਿ ਚੱਪਣ ਵੀ ਮਿੱਟੀ ਤੇ ਘੜਾ ਵੀ ਮਿੱਟੀ। ਤੇ ਜਿਹੜਾ ਸਰੀਰ ਹੈ ਇਹ ਹਾਥੀ ਦਾ ਵੀ ਮਿੱਟੀ ਤੇ ਮੱਖੀ ਦਾ ਵੀ ਮਿੱਟੀ ਤੇ ਨਾਨਕ ਜੀ ਦਾ ਵੀ ਮਿੱਟੀ ਤੇ ਤੁਹਾਡਾ ਵੀ ਮਿੱਟੀ। ਤੇ ਮਿੱਟੀ ਦੀਆਂ ਕੀ ਮਹਿਮਾ ਤੇ ਮਿੱਟੀ ਦੀ ਕਿਆ ਸੋਭਾ ਕਰਦੇ ਆ। ਮਿੱਟੀ ਤੋਂ ਮਿੱਟੀ ਨੂੰ ਵੱਖ ਕਰਨਾ ਚਾਹੁੰਦੇ ਆ, ਵੱਖ ਸਮਝਦੇ ਆ। ਹੋ ਗਏ ਜੀ ਨਾਨਕ ਜੀ ਦੇ ਇੱਕ ਦਾ ਗਿਆਨ। ਨਾਨਕ ਜੀ ਨੇ ਕਿਹਾ ਓਏ ਸਾਡੇ ਇੱਕ ਨੂੰ ਸਮਝੋ। ਉਹਨਾਂ ਨੇ ਕਿਹਾ ਇਹ ਵੇਖਿਓ ਉਹ ਮਾਟੀ ਦਾ ਪੁਤਲਾ। ਇਹ ਨਾਨਕ ਜੀ ਮਹਾਰਾਜ ਦਾ ਖੁਦ ਦਾ ਬਾਤ ਨਹੀਂ ਕਿ ਮਿੱਟੀ ਦਾ ਪੁਤਲਾ ਤਾਂ ਹੈ, ਤਾਂ ਬਈ ਮਿੱਟੀ ਦਾ। ਤਾਂ ਮਿੱਟੀ ਦੇ ਵਿੱਚ ਤੂੰ ਮਿੱਟੀ ਹੈ ਤਾਂ ਇਹ ਵੀ ਪਤਾ ਲੱਗੇਗਾ ਨਹੀਂ ਮਿੱਟੀ ਤਾਂ ਨਹੀਂ। ਤੇ ਮਿੱਟੀ ਨੂੰ ਯਾਰ ਇੰਨਾ ਪਿਆਰ ਕਰਦਾ, ਜਿਹੜੇ ਗਿਆਨੀ ਧਿਆਨੀ ਖਵਾਉਂਦੇ ਮਿੱਟੀ ਨਾਲ ਇੰਨੇ ਲਿਪਟੇ ਆ ਤਾਂ ਸੰਸਾਰੀ ਨੇ ਤਾਂ ਲਿਪਟਣਾ ਹੀ। ਇਹ ਮਿੱਟੀ ਦੇ ਮੱਠ ਨਾਲ ਨਾਨਕ ਜੀ ਨੇ ਕਹਤੇ ਓਏ ਗਿਆਨੀ ਧਿਆਨੀਆਂ ਅਖੇ ਦੁਰਗੰਧ ਮੜੇ ਚਿੱਤ ਲਾਇਆ। ਇਹ ਦੁਰਗੰਧ ਦਾ ਮੜੀ ਹੈ, ਇੱਕ ਮੰਦਰ ਹੈ, ਇਸ ਤੇ ਚਿੱਤ ਬੰਨੀ ਬੈਠੇ ਆ। ਉੱਠੋ ਇਸ ਤੋਂ ਅੱਗੇ। ਜਿੰਨਾ ਚਿਰ ਇਹਨੂੰ ਨਹੀਂ ਛੱਡਦੇ ਤਾਂ ਉਹਨਾਂ ਚਿਰ ਇਹ ਕਹਿੰਦੇ ਕਿ ਜਿਨ੍ਹਾਂ ਨੂੰ ਗਿਆਨ ਖੰਡ ਉੱਥੋਂ ਤੱਕ ਪਹੁੰਚਣ ਦੀ ਸਮਰੱਥਾ ਨਹੀਂ ਰੱਖਦੇ। ਇਹ ਤਰਤੀਬਵਾਰ ਦੱਸਾਂਗੇ, ਪਰ ਤੁਹਾਨੂੰ ਤਾਂ ਪਤਾ ਹੀ ਹੈ ਸਾਰਾ ਹੀ ਤਕਰੀਬਨ ਬਹੁਤਿਆਂ ਨੂੰ ਤੁਹਾਡਾ ਮੰਨਣ ਹੋ ਜਾਂਦਾ। ਔਰ ਨਵੇਂ ਆ ਜਿਹੜੇ ਬਾਣੀ ਤੋਂ ਵਿਰਲੇ ਪੁਰਸ਼ ਇਹ ਨਹੀਂ ਵੀ ਹੈ ਹੀ ਨਹੀਂ। ਬਾਣੀ ਤੋਂ ਸੇਧ ਲੈ ਕੇ ਆਪਣੀ ਨਕੰਮੀ ਆਦਤ ਨੂੰ ਛੱਡਣ ਵਾਸਤੇ ਉਹ ਥੋੜੇ ਹੈ, ਤੇ ਬਾਣੀ ਤੋਂ ਆਪਣੀ ਨਕੰਮੀ ਆਦਤ ਦੀ ਪੁਖਤਾ ਕਰਨ ਵਾਸਤੇ ਬਾਹਲੇ ਆ। ਵੀ ਜਿਵੇਂ ਮੈਂ ਕਰਦਾ ਬਾਣੀ ਇਵੇਂ ਆਦੀ ਹੈ, ਬਾਣੀ ਦਾ ਹੌਸਲਾ ਲੈਂਦੇ ਆ। ਸੋ ਨਾਨਕ ਜੀ ਦਾ ਪੁਰਬ ਅਨਕੰ ਨਾ ਬਿਦ ਤੇ ਜਸ ਮਨਸਾ। ਸੋ ਨਾਨਕਾ
ਜਿਹਦੇ ਵਿੱਚ ਅਨੇਕਤਾ ਪੁਣਾ ਨੇ ਉਹ ਨਾਨਕ ਹੈ। ਤਾਂ ਅਸੀਂ ਉਸ ਨਾਨਕ ਦੇ ਸਰੂਪ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ। ਜਿਹੜੇ ਇਸ ਦੇ ਨਾਨਕ ਦੇ ਸਰੂਪ ਨੂੰ ਜਾਣਨਾ ਚਾਹੁੰਦੇ ਉਹਨਾਂ ਨੂੰ ਵੀ ਕੋਟ ਕੋਟ ਪ੍ਰਣਾਮ ਕਰਦੇ ਹਾਂ। ਜਿਹੜੇ ਨਾਨਕ ਦੇ ਸਿਧਾਂਤ ਨੂੰ ਮੰਨ ਕੇ ਆਪਣੇ ਜੀਵਨ ਨੂੰ ਸੋਧਣਾ ਚਾਹੁੰਦੇ ਹੈ, ਪਵਿੱਤਰ ਕਰਨਾ ਚਾਹੁੰਦੇ ਹੈ, ਉਹਨਾਂ ਨੂੰ ਵੀ ਸਾਡਾ ਕੋਟ ਕੋਟ ਪ੍ਰਣਾਮ ਹੈ। ਔਰ ਨਾਨਕ ਜੀ ਦਾ ਸਰੂਪ ਨੂੰ ਵੀ ਕੋਟ ਕੋਟ ਪ੍ਰਣਾਮ ਹੈ। ਇਸ ਲਈ ਅੱਜ ਦਾ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਸਤਮ ਗਿਆਨਮ ਅਨੰਤਮ ਧਰਮ।